डंडौत बंदन अनिक बार, सर्ब कला समरथ, डोलन तेरा खौ प्रभु, नानक दे कर हथ। ज्ञान अंजन गुर दिया, अज्ञान अंधेर विनाश, हर कृपा ते संत भेटिया, नानक मन परगास। याही कुल ते प्रगट होए, ताही कुल को नाम, पुन द्वादश गुरिंद को मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु अर्जन देव सच्चे पातशाह जी का पावन पवित्र इतिहास साहब जी श्रवण कर रहे थे। इतिहास इत्थों तक पहुंचा है, ਜਿਹੜੇ ਪਿੰਗਲੇ ਦੀ ਖਾਰੀ ਨੂੰ ਰੱਖ ਕੇ ਉਸ ਦੀ ਪਤਨੀ ਗਈ ਹੈ ਤੁੰਗ ਪਿੰਡ ਦੇ ਵਿੱਚ ਮੰਗਣ ਦੇ ਵਾਸਤੇ, ਉਸ ਪਿੰਗਲੇ ਨੇ ਦੇਖਿਆ ਹੈ ਉਸ ਪਾਣੀ ਨੂੰ ਪੀਣ ਦੇ ਵਾਸਤੇ ਇੱਕ ਕਾਂ ਆਇਆ ਹੈ। ਪਹਿਲਾਂ ਕਾਂ ਨੇ ਪਾਣੀ ਪੀਤਾ ਹੈ, ਫਿਰ ਉਸ ਦੇ ਵਿੱਚ ਇਸ਼ਨਾਨ ਕੀਤਾ ਹੈ ਤੇ ਉਹ ਚਿੱਟੇ ਰੰਗ ਦਾ ਹੋ ਗਿਆ, ਭਾਵ ਕਿ ਮਰਾਲ ਬਣ ਗਿਆ, ਹੰਸ ਬਣ ਗਿਆ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। सो पिंगल देखत सब रहियो, जथा काक ने छुभ फल लहियो। ग्रंथाकार भाई संतोख सिंह जी लिखते ने कि इस सारी विथया नूं ਉਹ ਪਿੰਗਲਾ ਦੇਖਦਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਾਂ ਨੂੰ ਚੰਗੇ ਫਲ ਦੀ ਪ੍ਰਾਪਤੀ ਹੋਈ ਇਸ ਪਾਣੀ ਨੂੰ ਪੀਣ ਦੇ ਨਾਲ ਤੇ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ। उदय पाग ते और फुर आई, इस जल की महिमा अधिकाई। मानो कि उस दे भाग उदय होए, जागे ते उस दे मन दे विच ये ख्याल पैदा होया कि ये जिहड़ा पानी है ना, इहदी महिमा वड्डी तो वड्डी है, जिस पानी नूं पी के ये जिहड़ा कां है ना वो हंस बन गया। मनो पौन मम बायस आयो, नीर महात्म को दरसायो। उस कोड़ी ने मन दे विच विचार कीती है कि मानो कां मेरे पुन्ना करके आया है, जिसने कि इस पानी दे महात्म नूं प्रगट करके दस दिता है कि पानी कितना ज्यादा करामाती। बिना बिलम ते यते उतहाला, जो निज थल ते सकै ना चाला। जेड़ा कोड़ी एक जगह तो दूजी जगह ते हिल के चल के जा नहीं सी सकदा, उसने फिर बगैर देरी तो इधर उधर हिलन दी कोशिश की। खारी ते निकस्यो गिर परयो, रिड़त रिड़त पहुंचत तह करियो। कोड़ी दे मन दे विच ख्याल पैदा होया कि मैनू भी चाहिदा कि ऐसे पानी दे लागे जावां, उस नूं पीवां, ओहदे विच इशनान करां। उसने इधर उधर हिलण दा यतन कीता ते खारी दे विचों जदों बाहर निकलण दा यतन कीता, वो थल्ले डिग पिया। बेरी वाली जिहड़ी जगह है वो उच्ची सी ते पानी नीवीं जगह ते सी, इस करके रिड़ रिड़ के फिर आखिरकार वो लागे पहुंच गए। तूरन तीर नीर को छोहियो, करियो शनान अदक फल लहियो। ग्रंथाकार भाई संतोख सिंह जी लिखते ने कि काली दे नाल ही रिड़ के वो पानी दे कंढे पहुंच गया है ते फिर उसने उस पानी दे विच इशनान करना शुरू किया। पंक समेत सो मर्दन कर कर,
ਮੱਜਤ ਮਹਾ ਚੌਂਪ ਕੋ ਧਰ ਧਰ। ਗਾਰੇ ਦੇ ਸਮੇਤ ਪਾਣੀ ਨੂੰ ਆਪਣੇ ਪਿੰਡੇ ਦੇ ਉੱਤੇ ਪਾਉਣ ਲੱਗਾ। ਚੰਗੇ ਤਰੀਕੇ ਦੇ ਨਾਲ ਉਹ ਚੌਂਪ ਦੇ ਨਾਲ ਖੁਸ਼ੀ ਦੇ ਨਾਲ ਨਾਉਣ ਲੱਗਾ। ਕਰ ਪਗ ਜੁਗ ਗਰ ਗਰ ਗਿਰ ਪਰੇ ਤਤ ਛਿਨ ਭਏ ਅਰਜ ਸੰਸਰੇ। ਜਿਹੜੇ ਉਸ ਕੋੜੀ ਦੇ ਹੱਥ ਪੈਰ ਮਾਨੋ ਕਿ ਗਲ ਚੁੱਕੇ ਸਨ, ਉਸ ਪਾਣੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਹ ਬਿਲਕੁਲ ਠੀਕ ਹੋ ਗਏ। ਅਰੁਜ ਸੰਸਰੇ ਕਹਿਣ ਤੋਂ ਭਾਵ ਇਹ ਹੈ ਕਿ ਜੋ ਹੱਥ ਪੈਰ ਗਲੇ ਸਨ ਉਹ ਬਿਲਕੁਲ ਅਰੋਗ ਹੋ ਗਏ। ਸਕਲ ਅੰਗ ਕੋ ਰੋਗ ਨਸਾਇਓ ਕੰਚਨ ਬਰਨ ਰੰਗ ਮਨ ਪਾਇਓ। ਸਾਰੇ ਦੇ ਸਾਰੇ ਅੰਗ ਸੌਰ ਗਏ ਨੇ, ਰੋਗ ਸਾਰੇ ਦਾ ਸਾਰਾ ਖਤਮ ਹੋ ਗਿਆ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਸੋਨੇ ਵਰਗਾ ਸੁੰਦਰ ਜਿਹੜਾ ਸਰੀਰ ਸੀ ਨਾ ਉਹ ਬਣ ਗਿਆ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪਿੰਗਲ ਮੱਜਣ ਜਬ ਕਰਿਓ ਪਾਇਓ ਸਰੀਰ ਅਰੋਗ। ਬਿਸਮਤ ਬੁੱਧ ਮਹਿ ਦੇਖ ਫਲ ਕਰ ਆਨੰਦ ਹਰ ਸੋਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਗਲੇ ਨੇ ਇਸ਼ਨਾਨ ਜਦੋਂ ਕੀਤਾ ਤੇ ਉਹਦਾ ਸਰੀਰ ਅਰੋਗ ਹੋ ਗਿਆ, ਰੋਗਾਂ ਤੋਂ ਰਹਿਤ ਹੋ ਗਿਆ। ਬੜੀ ਹੈਰਾਨੀ ਦੇ ਵਿੱਚ ਫਸਿਆ ਹੋਇਆ ਹੈ, ਪਰ ਉਸ ਪਾਣੀ ਦੇ ਫਲ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਆਨੰਦਿਤ ਹੈ, ਕਿਉਂਕਿ ਹੁਣ ਬਿਲਕੁਲ ਉਹ ਠੀਕ ਹੋ ਚੁੱਕਾ ਹੈ। ਮਨੋ ਪਾਨ ਅਮਰਤ ਕੋ ਕਰਿਓ ਜਰਾ ਯਾਦ ਰੋਜ ਸਭ ਪਰ ਹਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅੰਮ੍ਰਿਤ ਨੂੰ ਪੀ ਲਿਆ ਹੋਵੇ ਉਸਨੇ, ਕਿਉਂਕਿ ਅੰਮ੍ਰਿਤ ਦੇ ਪੀਣ ਦੇ ਨਾਲ ਕੋਈ ਜਰਾ ਦਾ ਬੁਢੇਪੇ ਦਾ ਰੋਗ ਨਹੀਂ ਰਹਿ ਜਾਂਦਾ, ਔਰ ਇਸ ਤੋਂ ਇਲਾਵਾ ਹੋਰ ਵੀ ਸਰੀਰ ਦੇ ਰੋਗ ਖਤਮ ਹੋ ਜਾਂਦੇ। ਜਨ ਸਮਰਾਥ ਸੁਰ ਹੋਏ ਪ੍ਰਸੰਨ ਕਰਿਓ ਸ਼ਕਤ ਨਿਜ ਤੇ ਤਨ ਅਨ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਾਂ ਫਿਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਮਰੱਥ ਦੇਵਤਿਆਂ ਨੇ ਵਰਦਾਨ ਦੇ ਕੇ ਪ੍ਰਸੰਨ ਹੋ ਕੇ ਉਸ ਨੂੰ ਇੱਕ ਨਵਾਂ ਹੀ ਸਰੀਰ ਪ੍ਰਦਾਨ ਕਰ ਦਿੱਤਾ ਹੋਵੇ। ਸੁੰਦਰਤਾ ਮੰਦਰ ਤਨ ਹੋਵਾ ਅਖਲ ਵਿਕਾਰਨ ਕੋ ਤਬ ਖੋਵਾ। ਮਾਨੋ ਕਿ ਮੰਦਰ ਵਰਗੀ ਸੁੰਦਰਤਾ ਮਿਲ ਗਈ ਹੈ, ਇਸ ਤਰ੍ਹਾਂ ਦਾ ਸਰੀਰ ਬਣ ਗਿਆ ਹੈ, ਸਾਰੇ ਦੇ ਸਾਰੇ ਵਿਕਾਰ ਖਤਮ ਹੋ ਗਏ। ਪ੍ਰਭ ਕਿਰਪਾ ਅਸ ਕਾਇਆ ਤਾਰੀ ਜਿਸ ਤੇ ਹੋਏ ਨ ਸਕੈ ਚਿਨਾਰੀ। ਕਵੀ ਜੀ ਲਿਖਦੇ ਨੇ ਕਿ ਪ੍ਰਭੂ ਦੀ ਕਿਰਪਾ ਦੇ ਨਾਲ ਐਸਾ ਉਸ ਨੂੰ ਸਰੀਰ ਮਿਲ ਗਿਆ ਹੈ ਕਿ ਜਿਹਨੂੰ ਹੁਣ ਕੋਈ ਵੀ ਪਛਾਣ ਨਹੀਂ ਸਕਦਾ ਕਿ ਇਹ ਪਹਿਲਾਂ ਕਦੇ ਕਿਸ ਤਰ੍ਹਾਂ ਦਾ ਸੀ। ਇਸ ਤਰ੍ਹਾਂ ਦਾ ਸਰੀਰ ਮਿਲ ਗਿਆ। ਨਖ ਸ਼ੇਖ ਤੇ ਬੋਰਿਓ ਨਿਜ ਗਾਤ ਬਾਰ ਬਾਰ ਮੱਜਤ ਹਰ ਖਾਤ। ਨੌਹਾਂ ਤੋਂ ਲੈ ਕੇ ਸਿਰ ਤੱਕ ਉਸਨੇ ਆਪਣੇ ਸਾਰੇ ਸਰੀਰ ਨੂੰ ਉਸ ਪਾਣੀ ਦੇ ਵਿੱਚ ਡੋਬਿਆ ਤੇ ਬਾਰ-ਬਾਰ ਖੁਸ਼ੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਉਸਨੇ ਇਸ਼ਨਾਨ ਕੀਤਾ। ਜਥਾ ਅਚਾਨਕ ਨਰਕੀ ਜੀਵ ਸੁਰਗੀ ਬਣ ਮਹਾ ਸੁਖ ਥੀਵ। ਕਵੀ ਜੀ ਹੋਰ ਪ੍ਰਮਾਣ ਲਿਖਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਅਚਾਨਕ ਹੀ ਨਰਕਾਂ ਦੇ ਵਿੱਚੋਂ ਜੀਵ ਨਿਕਲ ਕੇ ਸੁਰਗਾਂ ਦਾ ਭਾਗੀ ਬਣ ਜਾਂਦਾ ਹੈ, ਇਸ ਤਰੀਕੇ ਦੀ ਉਸ ਦੀ ਹਾਲਤ ਹੋਈ। ਜਨਮ ਰੰਕ ਚਿੰਤਾ ਮਨ ਪਾਈ ਹਰ ਕਿਉ ਜਿਮ ਨਵ ਨਿਧ ਘਰ ਆਈ। ਕਵੀ ਜੀ ਕਹਿੰਦੇ ਨੇ ਜਾਂ ਫਿਰ ਇਸ ਤਰ੍ਹਾਂ ਮੰਨ ਲਓ ਕਿ ਜਨਮਾਂ ਜਨਮਾਂ ਤੋਂ ਕੋਈ ਕੰਗਾਲ ਹੋਵੇ ਤੇ ਉਸ ਦੇ ਹੱਥ ਦੇ ਵਿੱਚ ਚਿੰਤਾਮਣੀ ਆ ਜਾਂਦੀ ਹੈ, ਜਿਹੜੀਆਂ ਕਿ ਸਾਰੀਆਂ ਹੀ ਮੰਗਾਂ ਨੂੰ ਪੂਰੀਆਂ ਕਰਦੀ ਹੈ। ਇਸ ਤਰੀਕੇ ਦੇ ਨਾਲ ਉਹ ਹਰਖਿਆ ਖੁਸ਼ ਹੋਇਆ, ਨਵ ਨਿਧ ਘਰ ਆਈ। ਜਾਂ ਫਿਰ ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਮੰਨ ਲਓ ਕਿ 9 ਹੀ ਨਿਧੀਆਂ ਉਸ ਦੇ ਘਰ ਦੇ ਵਿੱਚ ਆ ਗਈਆਂ ਹੋਣ।
तिस बदरी तर के तर थिरयो, खारी उलट सोयासन करियो। अपने शरीर नूं पूरे तरीके दे नाल आरोग करके फिर उस बेरी दे थल्ले आण के टिकिया है। पहला जिस खारी दे विच लम्मा पा के उसदी पत्नी गई सी, उसे खारी नूं मुद्दा करके आसन ला के उत्थे बह गए। बैठ रहो मन मोद बढ़ाए, प्रिया प्रतीखत दृग तित लाए। बड़ी खुशी नूं धारण करके उस खारी दे उत्ते बैठ गया है और अपनी इस्त्री नूं उड़ीकदा है उस पासे निगाह करके। भिखिया तोंग ग्राम ते लीन, राज कोयर पतिव्रता प्रवीण। ग्रंथाकार भाई संतोख सिंह जी लिखते ने कि दूसरे पासे तुंग पिंड दे विचों भिखिया नूं प्राप्त कीता उस राज कोयर ने, जिहड़ी के प्रतिव्रता धर्म दी धारनी। अपने धर्म बिखै सावधाना, निज पत बिन कब चहै नयाना। कवि जी कहते ने कि अपने पतिव्रत धर्म दे विच बड़ी सावधान है, निज पति बिना कब चहै ना आना। अपने पति तो बगैर होर किसे नूं भी देखण दी चाह नहीं। खेद विशाल सह सब तन में, तऊ न डोलत है कब मन में। अपने शरीर दे उत्ते खेद औकड़ा बड़ियां चलदी है, पर कहंदे ने तां भी उसदा मन किसी भी तरीके दे नाल नहीं डोलदा। नृप दोहताय पदायस चाली, तऊ धर्म ते पई ना खाली। कवि जी लिखते ने कि राजे पट्टी दे दी मानो के पुत्री है, जिसने इन्नी वड्डी अपदा नूं चलिया है, पर तां भी धर्म तो खाली सखना ना होई। जब तिस थान आन कर देखा, बैठ्यो सुंदर पुरख विशेषा। जदों तुंग पिंड दे विचों मंग के वापस उत्थे पहुंची है ते की देखदी है कि जिहड़ी जगह दे उत्ते उसने अपने पति नूं रखिया सी, उस जगह दे उत्ते एक बहुत सुंदर पुरख बैठा होया। ये क्या भयो न जान्यो जाए, मम पत नहीं दिसत इस थाए। जदों दूरों ही उस पुरख नूं बैठा होया देखिया ते मन दे विच सोचण लगी है कि ये की हो गया, जाणिया नहीं जांदा, मेरा पति ते इत्थे नहीं दिसदा और इत्थे एक सुंदर पुरख बैठा है। एको बैठ्यो अग गण करता, लखियत मम परता को हरता। सोचदी है कि जेकर मेरा पति इत्थे नहीं है ते कौन इत्थे बैठा होया है। पाप समूह करन वाला लखियत मम भरता को हरता। मन दे विच सोचां सोचदी है कि किते ये ना होवे कि मेरे पति नूं मार के ये उहदी जगह दे उत्ते बह गया होवे। सोकच दूर ते ऊंच उचारी, को तू यह यहाँ दुर चारी। दूरों ही उसने आवाज दे नाल उच्ची पुकार कीती है, कहंदी है को तू यहाँ दुराचारी। कहंदी है हे मंद कर्मी, तू कौन है और इत्थे मेरे पति दी जगह दे उत्ते क्यों बैठा। मम पति कहाँ यहाँ तज गई, तोंग ग्राम ते तूरन आई। कहंदी है कि मेरा पति किथे है, क्योंकि मैं अपने पति नूं इत्थे छड्ड के गई सां और लागे ही जिहड़ा ये तुंग पिंड है, मैं उस दे विचों मंगण दे वास्ते गई सां ते बड़ी छेती ही वापस आ गई। अब मैं करूं पुकार उदारा, गहले हो यकीन संघारा। हुण इस्त्री नूं लगदा है कि मेरे पति नूं इसने मार दिता है, इस करके कहंदी है कि हुण मैं पुकार करांगी, रौला पावांगी, गह लै हो जे कीन संघारा, तेनू फड़ लवांगी जेकर तू मेरे पति दा संघार कीता है, उस नूं मारिया।
नाहि तमोह बतावो पत को, ਰਹਿਓ ਜੀਅਤ ਜੇ ਕੀਆ ਇਤ ਉਤ ਕੋ। ਕਹਿੰਦੀ ਹੈ ਕਿ ਜੇਕਰ ਜਿਉਂਦਾ ਹੈ ਤੂੰ ਉਸ ਨੂੰ ਮਾਰਿਆ ਨਹੀਂ ਹੈ, ਇੱਧਰ ਉੱਧਰ ਕੀਤਾ ਹੈ, ਤਾਂ ਵੀ ਮੈਨੂੰ ਹੁਣੇ ਹੀ ਦੱਸ ਦੇ। ਤੂਰਨ ਕਰ ਨਹੀਂ ਬਿਲਮ ਲਗਾਵੋ, ਮਮ ਪਰਤਾ ਕੋ ਆਂਖ ਦਿਖਾਵੋ। ਕਹਿੰਦੀ ਹੈ ਛੇਤੀ ਕਰ, ਦੇਰ ਨਾ ਲਗਾ, ਮਮ ਪਰਤਾ ਕੋ ਆਂਖ ਦਿਖਾਵੋ, ਮੇਰੀਆਂ ਅੱਖਾਂ ਦੇ ਨਾਲ ਮੇਰੇ ਪਤੀ ਨੂੰ ਦਿਖਾ ਦੇ। ਸੁਣਤ ਪਿਆ ਨੇ ਕੀਨ ਬਖਾਨ, ਮੈਂ ਤੇਰੋ ਪਤ ਲੈ ਹੋ ਪਛਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਕੀਤੇ ਗਏ, ਪਰ ਦੂਸਰੇ ਪਾਸੇ ਕਵੀ ਜੀ ਕਹਿੰਦੇ ਨੇ ਸੁਣਤ ਪੀਆ ਨੇ ਕੀਨ ਬਖਾਨ, ਜਿਹੜਾ ਕਿ ਉਸ ਇਸਤਰੀ ਦਾ ਪੀਆ ਸੀ, ਪਤੀ ਸੀ, ਜਿਹਨੂੰ ਕਿ ਉਹ ਪਛਾਣ ਨਹੀਂ ਸਕੀ, ਉਸ ਨੇ ਫਿਰ ਇਸ ਤਰੀਕੇ ਦੇ ਨਾਲ ਆਖਿਆ, ਕਹਿੰਦਾ ਮੈਂ ਤੇਰੋ ਪਤੀ ਲੈ ਹੋ ਪਛਾਣ। ਕਹਿੰਦਾ ਕਿ ਮੈਂ ਹੀ ਤੇਰਾ ਪਤੀ ਹਾਂ, ਤੂੰ ਮੇਰੀ ਪਛਾਣ ਕਰ। ਹੇ ਧਰਮ ਅੱਗੇ ਭਰਮ ਨ ਕੀਜੈ, ਹੇ ਪਤੀ ਬ੍ਰਤੇ ਬਿਰਤਾਂਤ ਸੁਣ ਲੀਜੈ। ਕਹਿੰਦਾ ਹੇ ਧਰਮ ਨੂੰ ਧਾਰਨ ਕਰਨ ਵਾਲੀਏ, ਹੇ ਭਾਗਾਂ ਵਾਲੀਏ, ਭਰਮ ਨਾ ਕਰ ਕਿਸੇ ਵੀ ਪ੍ਰਕਾਰ ਦਾ ਆਪਣੇ ਮਨ ਦੇ ਵਿੱਚ। ਹੇ ਪਤੀਵਰਤਾ ਧਰਮ ਨੂੰ ਧਾਰਨ ਕਰਨ ਵਾਲੀਏ, ਮੇਰੇ ਬਿਰਤਾਂਤ ਨੂੰ ਜਰਾ ਸੁਣ ਲੈ। ਪੂਰਬ ਭਾਗ ਜਗੇ ਅਬ ਮੇਰੇ, ਫਲ ਪ੍ਰਾਪਤ ਔਚਕ ਇਸ ਬੇਰੇ। ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਮੇਰੇ ਪੂਰਬਲੇ ਭਾਗ ਇਸ ਵੇਲੇ ਜਾਗੇ ਹਨ, ਇਸ ਕਰਕੇ ਅਚਾਨਕ ਹੀ ਕਹਿੰਦਾ ਹੈ ਕਿ ਮੈਨੂੰ ਵੱਡੇ ਫਲ ਦੀ ਪ੍ਰਾਪਤੀ ਹੋਈ। ਕਹਿਤ ਸ਼ਨਾਨ ਕਾਕ ਮੈਂ ਹੇਰਾ, ਭਾਇਓ ਹੰਸ ਸਿਤ ਬਰਨ ਬੜੇਰਾ। ਹੁਣ ਪਤੀ ਆਪਣੀ ਪਤਨੀ ਨੂੰ ਆਪਣੀ ਵਿਥਿਆ ਦੱਸਣ ਲੱਗਾ ਹੈ। ਕਹਿੰਦਾ ਹੈ ਕਿ ਕਹਿਤ ਸ਼ਨਾਨ ਕਾਕ ਮੈਂ ਹੇਰਾ, ਕਹਿੰਦਾ ਹੈ ਕਿ ਜਦੋਂ ਤੂੰ ਛੱਡ ਕੇ ਮੈਨੂੰ ਗਈ ਸੀ ਤੇ ਮੈਂ ਇਸ ਜਗ੍ਹਾ ਦੇ ਉੱਤੇ ਬੈਠਾ ਸਾਂ, ਉਸ ਵੇਲੇ ਕਹਿੰਦਾ ਹੈ ਕਿ ਮੈਂ ਇੱਕ ਕਾਂ ਨੂੰ ਇੱਥੇ ਆਉਂਦਾ ਦੇਖਿਆ। ਕਾਂ ਨੇ ਪਹਿਲਾਂ ਇਸ ਦੇ ਵਿੱਚੋਂ ਪਾਣੀ ਪੀਤਾ ਤੇ ਫਿਰ ਉਹ ਪਾਣੀ ਦੇ ਵਿੱਚ ਨਹਾਇਆ, ਪਰ ਕਹਿੰਦਾ ਅਚਰਜ ਗੱਲ ਇਹ ਹੋਈ, ਭਾਇਓ ਹੰਸ ਸਿਤ ਬਰਨ ਬਡੇਰਾ, ਉਹ ਹੰਸ ਵਰਗਾ ਚਿੱਟਾ ਬਣ ਗਿਆ ਇਸ ਪਾਣੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ। ਇਸ ਜਲ ਕੋ ਫਲ ਮੈਂ ਤਬ ਜਾਣਾ, ਨੀਠ ਨੀਠ ਦ੍ਰੁਤ ਆਨ ਸ਼ਨਾਨਾ। ਕਹਿੰਦਾ ਹੈ ਕਿ ਜਦੋਂ ਕਾਂ ਹੰਸ ਵਰਗਾ ਬਣ ਗਿਆ ਤਾਂ ਮੈਂ ਇਸ ਪਾਣੀ ਦੇ ਮਹਾਤਮ ਨੂੰ ਜਾਣਿਆ ਕਿ ਇਸ ਦੇ ਵਿੱਚ ਵੱਡੀ ਬਰਕਤ ਹੈ। ਫਿਰ ਕਹਿੰਦਾ ਹੈ ਕਿ ਮੈਂ ਵੀ ਹੌਲੀ ਹੌਲੀ ਰਿੜਦਾ ਰਿੜਦਾ ਇਸ ਪਾਣੀ ਦੇ ਤੱਕ ਪਹੁੰਚ ਗਿਆ ਤੇ ਮੈਂ ਵੀ ਇੱਥੇ ਇਸ਼ਨਾਨ ਕੀਤਾ। ਭਾਇਓ ਅਰੋਗ ਅੰਗ ਤਨ ਸੁੰਦਰ, ਮੈਂ ਪਤੀ ਸੋ ਨ ਭਰਮ ਔਰ ਅੰਦਰ। ਤੇ ਕਹਿੰਦਾ ਜਦੋਂ ਮੈਂ ਇਸ਼ਨਾਨ ਕੀਤਾ ਤੇ ਮੇਰਾ ਵੀ ਸਾਰੇ ਦਾ ਸਾਰਾ ਸਰੀਰ ਸੁੰਦਰ ਹੋ ਗਿਆ, ਮੈਂ ਵੀ ਅਰੋਗ ਹੋ ਗਿਆ, ਮੈਂ ਪਤੀ ਸੋ ਨਾ ਭਰਮ ਔਰ ਅੰਦਰ। ਹੇ ਮੇਰੀ ਪਿਆਰੀਏ ਪ੍ਰੀਏ, ਤੂੰ ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦਾ ਭਰਮ ਨਾ ਕਰ, ਮੈਂ ਹੀ ਤੇਰਾ ਪਤੀ ਹਾਂ, ਪਰ ਮੈਂ ਬਿਲਕੁਲ ਅਰੋਗ ਹੋ ਗਿਆ ਹਾਂ, ਇਸ ਕਰਕੇ ਤੂੰ ਮੈਨੂੰ ਪਛਾਣਦੀ ਨਹੀਂ। ਮਿਲੋ ਆਨ ਮੋਹ ਕੋ ਅਬ ਪਿਆਰੀ, ਤੋਵ ਪ੍ਰਤਾਪ ਮੁਝ ਭਾ ਸੁਖ ਪਾਰੀ। ਕਹਿੰਦਾ ਕਿ ਹੁਣ ਮੈਨੂੰ ਪਿਆਰੀਏ ਆਣ ਕੇ ਮਿਲ, ਤੇਰੇ ਪ੍ਰਤਾਪ ਦੇ ਨਾਲ ਹੀ ਮੈਨੂੰ ਇਸ ਵੱਡੇ ਸੁਖ ਭਾਰੀ ਦੀ ਪ੍ਰਾਪਤੀ ਹੋਈ। ਸੁਣ ਤਰਸੀ ਬਚ ਊਚ ਉਚਾਰਾ, ਮੁਝ ਹਿਤ ਤੈ ਮੇਰੋ ਪਤ ਮਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਕਈ ਤਰ੍ਹਾਂ ਦੀਆਂ ਗੱਲਾਂ ਉਸਨੇ ਆਖੀਆਂ, ਪਰ ਇਸਤਰੀ ਨੂੰ ਉਸ ਦੇ ਉੱਤੇ ਯਕੀਨ ਨਹੀਂ ਆਇਆ। ਸੁਣ ਕੇ ਸਗੋਂ ਹੋਰ ਵੀ ਜ਼ਿਆਦਾ ਗੁੱਸੇ ਦੇ ਵਿੱਚ ਉਹਦੀਆਂ ਗੱਲਾਂ ਨੂੰ ਆਈ ਹੈ ਤੇ ਕਹਿੰਦੀ ਹੈ, ਮੁਝ ਹਿਤ ਤੈ ਮੇਰੋ ਪਤੀ ਮਾਰਾ। ਕਹਿੰਦੀ ਹੈ ਕਿ ਮੇਰੇ ਵਾਸਤੇ, ਮੇਰੀ ਪ੍ਰਾਪਤੀ ਦੇ ਵਾਸਤੇ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ। ਕੈਸੇ ਕੁਸ਼ਟ ਯੁਕਤ ਅਸ ਹੋਵਤ, ਕਰ ਪਗ ਬਿਨ ਕੇ ਕਰ ਪਗ ਜੋਵਤ।
ਕਿਉਂਕਿ ਜਿਹੜੀਆਂ ਗੱਲਾਂ ਉਹ ਕਹਿ ਰਿਹਾ ਸੀ ਉਹਦੇ ਉੱਤੇ ਯਕੀਨ ਕਰਨਾ ਬੜਾ ਔਖਾ ਸੀ। ਕਹਿੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਸੇ ਪਾਣੀ ਦੇ ਵਿੱਚ ਨਹਾਉਣ ਦੇ ਨਾਲ ਸਾਰਾ ਕੋਹੜੀ ਠੀਕ ਹੋ ਸਕਦਾ ਹੈ, ਕਿਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਹੱਥ ਪੈਰ ਨੇ ਉਹ ਠੀਕ ਹੋ ਸਕਦੇ ਨੇ ਜਿਹੜੇ ਕਿ ਪਹਿਲਾਂ ਬਿਲਕੁਲ ਗਲੇ ਹੋਏ ਸਨ। ਨਹੀਂ ਨਿਸਚੇ ਚਿਤ ਆਵਤ ਮੋਹੀ, ਅਗ ਕੀ ਸ਼ੰਕਾ ਹੈ ਵਿੱਚ ਤੋਹੀ। ਉਸ ਨੂੰ ਕਹਿੰਦੀ ਹੈ ਕਿ ਮੈਨੂੰ ਤੇਰੀਆਂ ਗੱਲਾਂ ਦੇ ਉੱਤੇ ਰਤਾ ਭਰ ਵੀ ਯਕੀਨ ਨਹੀਂ ਹੈ, ਮੈਨੂੰ ਤੇ ਇਹ ਸ਼ੰਕਾ ਪ੍ਰਤੀਤ ਹੁੰਦੀ ਹੈ ਕਿ ਤੇਰੇ ਵਿੱਚ ਪਾਪ ਕਰਨ ਦੀ ਤਮੰਨਾ ਹੈ। ਜੇ ਕਰ ਮੇਰੋ ਪਤ ਮਰ ਗਇਓ, ਨਹੀਂ ਜੀਵੋ ਨਿਜ ਪ੍ਰਾਣਨ ਹਯੋ। ਕਹਿੰਦੀ ਹੈ ਕਿ ਜੇਕਰ ਮੇਰਾ ਪਤੀ ਮਰ ਗਿਆ ਹੋਇਆ, ਤੂੰ ਮਾਰ ਦਿੱਤਾ ਹੋਇਆ, ਤੇ ਮੈਂ ਵੀ ਜਿਉਂਦੀ ਨਹੀਂ ਰਵਾਂਗੀ, ਮੈਂ ਵੀ ਆਪਣੇ ਪ੍ਰਾਣਾਂ ਨੂੰ ਤਿਆਗ ਦਿਆਂਗੀ। ਤੋਹੇ ਗਹਾਏ ਆਪ ਮਰ ਜਾਊਂ, ਨਹੀਂ ਪਰ ਪੁਰਖ ਅੰਗ ਸੰਗ ਲਾऊं। ਪਰ ਕਹਿੰਦੀ ਹੈ ਕਿ ਆਪਣੇ ਮਰਨ ਤੋਂ ਪਹਿਲਾਂ ਮੈਂ ਤੈਨੂੰ ਫੜਵਾ ਕੇ ਫੇਰ ਆਪ ਮਰਾਂਗੇ, ਨਹੀਂ ਪਰ ਪੁਰਖਨ ਅੰਗ ਲਗਾऊं, ਪਰ ਪਰਾਏ ਪੁਰਖ ਦਾ ਸੰਗ ਕਦੇ ਨਹੀਂ ਕਰਾਂਗੇ। ਇਤਿਆਦ ਕਈ ਉੱਚੇ ਬਚ ਟੇਰਤ, ਸੁਣ ਗਣ ਲੋਕ ਮਿਲੇ ਤਿਨ ਹੇਰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਉੱਚੀ ਉੱਚੀ ਉਸਨੇ ਗੱਲਾਂ ਕੀਤੀਆਂ ਤੇ ਦੋਵਾਂ ਪਾਸਿਆਂ ਦੀ ਤਕਰਾਰ ਹੋ ਗਈ। ਉਹ ਕਹਿੰਦੀ ਹੈ ਕਿ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ, ਉਸ ਦੀ ਜਗ੍ਹਾ ਤੇ ਆਣ ਕੇ ਬੈਠ ਗਿਆ ਹਾਂ, ਪਰ ਦੂਸਰੇ ਪਾਸੇ ਉਹ ਕਹਿੰਦਾ ਹੈ ਕਿ ਮੈਂ ਹੀ ਤੇਰਾ ਪਤੀ ਹਾਂ। ਰੌਲਾ ਵੱਧ ਗਿਆ, ਉੱਚੀ ਉੱਚੀ ਬੋਲਣ ਲੱਗੇ ਤੇ ਉਹਨਾਂ ਦੇ ਰੌਲੇ ਨੂੰ ਸੁਣ ਕੇ ਹੋਰ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਦੋਨੋਂ ਨਿਜ ਨਿਜ ਬ੍ਰਿਥਾ ਸੁਨਾਈ, ਸੁਣ ਕਰ ਕਹਿ ਨਾ ਸਮਝ ਨਰ ਆਈ। ਲੋਕਾਂ ਦੇ ਕੋਲ ਦੋਵਾਂ ਨੇ ਆਪੋ ਆਪਣਾ ਪੱਖ ਪੇਸ਼ ਕੀਤਾ ਹੈ, ਪਰ ਕਹਿੰਦੇ ਨੇ ਕਵੀ ਜੀ ਕਿ ਲੋਕਾਂ ਦੀ ਸਮਝ ਦੇ ਵਿੱਚ ਕੋਈ ਵੀ ਗੱਲ ਨਾ ਆਈ, ਕਿਉਂਕਿ ਜਿਸ ਤਰ੍ਹਾਂ ਦੀਆਂ ਗੱਲਾਂ ਉਹ ਕਹਿ ਰਹੀ ਸੀ ਕਿ ਮੇਰਾ ਪਤੀ ਪਿੰਗਲਾ ਸੀ, ਉਹ ਕੋਹੜੀ ਸੀ, ਉਹ ਇਹ ਨਹੀਂ ਹੈ, ਉਹਦੀ ਗੱਲ ਵੀ ਸੱਤ ਲੱਗਦੀ ਸੀ, ਕਿਉਂਕਿ ਜਿਹੜੇ ਪੁਰਖ ਨੂੰ ਉਹ ਦੇਖ ਰਹੇ ਸਨ ਉਹ ਬਿਲਕੁਲ ਸੁੰਦਰ ਤੇ ਅਰੋਗ ਸੀ। ਪਰ ਦੂਸਰੇ ਪਾਸੇ ਜਿਹੜੀ ਉਹ ਗੱਲ ਕਰਦਾ ਹੈ ਉਹਦੇ ਤੇ ਯਕੀਨ ਵੀ ਨਹੀਂ ਆਉਂਦਾ ਕਿ ਕਿਸੇ ਪਾਣੀ ਦੇ ਵਿੱਚ ਇੱਕਦਮ ਨਹਾਉਣ ਦੇ ਨਾਲ ਕੋਈ ਕਿਸ ਤਰ੍ਹਾਂ ਅਰੋਗ ਹੋ ਸਕਦਾ। ਕਿਸੇ ਵੀ ਨਤੀਜੇ ਦੇ ਉੱਤੇ ਲੋਕ ਨਾ ਪਹੁੰਚੇ, ਕਿਸੇ ਦੀ ਸਮਝ ਦੇ ਵਿੱਚ ਕੋਈ ਵੀ ਗੱਲ ਨਾ ਆਈ। ਤਬ ਸਭ ਹਿਨ ਤਿਨ ਕੋ ਸਮਝਾਵਾ, ਕਿਉਂ ਤੁਮ ਝਗਰੋ ਬਾਦ ਉਠਾਵਾ। ਫਿਰ ਸਾਰਿਆਂ ਨੇ ਦੋਵਾਂ ਨੂੰ ਇਸ ਤਰੀਕੇ ਦੇ ਨਾਲ ਸਮਝਾਇਆ ਹੈ ਕਿ ਕਿਉਂ ਤੁਸੀਂ ਬੇਕਾਰ ਦੇ ਵਿੱਚ ਆਪਸ ਦੇ ਵਿੱਚ ਝਗੜਦੇ ਹੋ, ਇਸ ਝਗੜੇ ਨੂੰ ਮੁਕਾਉਣ ਦਾ ਕੋਈ ਯਤਨ ਕਰਨਾ ਚਾਹੀਦਾ। ਆਪਰ ਨਾ ਕਰ ਹੈ ਨਿਆਉ ਤੁਮਾਰਾ, ਸ੍ਰੀ ਗੁਰੂ ਅਰਜਨ ਇਹਾਂ ਉਦਾਰਾ। ਲੋਕਾਂ ਦੀ ਭੀੜ ਦੇ ਵਿੱਚੋਂ ਇੱਕ ਮਨੁੱਖ ਨੇ ਆਖਿਆ ਹੈ ਕਿ ਇਹਨਾਂ ਦੋਵਾਂ ਦਾ ਨਿਆਂ ਹੋਰ ਕੋਈ ਵੀ ਨਹੀਂ ਕਰ ਸਕਦਾ। ਇੱਕ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਦਾਰ ਗੁਰੂ ਕੇ ਚੱਕ ਵਿਖੇ ਰਹਿੰਦੇ ਨੇ, ਉਹੀ ਇਹਨਾਂ ਦਾ ਨਿਰਣਾ ਕਰ ਸਕਦੇ ਨੇ। ਅੰਤਰ ਜਾਮੀ ਸੋ ਸਭ ਜਾਣ, ਕਰ ਨਿਰਣੈ ਸੱਚ ਬਾਕ ਬਖਾਨ। ਉਹ ਆਦਮੀ ਕਹਿੰਦਾ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ, ਉਹ ਸਾਰਾ ਕੁਝ ਜਾਣਦੇ ਨੇ, ਇਸ ਕਰਕੇ ਉਹ ਨਿਰਣਾ ਕਰਕੇ ਸੱਚੋ ਸੱਚ ਗੱਲ ਬਿਆਨ ਕਰਨਗੇ। ਤਿੰਨ ਕੋ ਕਹਿਓ ਸਾਚ ਹੀ ਜਨੀਐ, ਨੇਹ ਸੰਸੈ ਦੋਨੋਂ ਬਚ ਮੰਨੀਐ। ਉਸ ਮਨੁੱਖ ਨੇ ਦੋਵਾਂ ਨੂੰ ਆਖਿਆ ਹੈ ਕਿ ਜੇਕਰ ਤੁਸੀਂ ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦੇ ਹੋ ਤੇ ਚਲੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਚਰਨ ਸਰਣ ਦੇ ਵਿੱਚ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੈਸਲਾ ਕਰਨਗੇ ਉਹ ਤੁਹਾਨੂੰ ਸੱਚਾ ਕਰਕੇ ਮੰਨਣਾ ਪਵੇਗਾ। ਨੇਹ ਸੰਸੈ ਦੋਨੋਂ ਬਚ ਮੰਨੀਏ, ਪਰ ਬਗੈਰ ਸ਼ੰਕਾ ਤੋਂ ਜਿਹੜਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫੈਸਲਾ ਕਰਨਗੇ ਉਹ ਤੁਹਾਨੂੰ ਮੰਨਣਾ ਪਏਗਾ। ਇਮ ਸੁਣ ਕੇ ਤ੍ਰਿਆ ਔਰ ਹਲਸਾਈ, ਸਤਿਗੁਰ ਤੇ ਮਮ ਸੰਸੈ ਜਾਈ। ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਤੇ ਉਹ ਔਰਤ ਬਹੁਤ ਹੀ ਜ਼ਿਆਦਾ
खुश हुई, मन दे विच सोचण लगी कि वाकिया ही सतगुरु सच्चे पातशाह जी ते अंतरजामी ने, वो ते सारा कुछ जाणदे ने, ਉਹੀ ਮੇਰੇ ਸੰਸੇ ਨੂੰ ਖਤਮ ਕਰ ਸਕਦੇ। तब दोनों कछ नर ले साथ, गए जहां गुर अर्जन नाथ। ਦੋਵੇਂ ਜੀ ਇਸ ਗੱਲ ਨੂੰ ਮੰਨ ਗਏ ਨੇ। ਦੋਵਾਂ ਨੇ ਆਖਿਆ ਕਿ ਜਿਹੜਾ ਵੀ ਫੈਸਲਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਰਨਗੇ ਉਹ ਸਾਨੂੰ ਦੋਵਾਂ ਨੂੰ ਪ੍ਰਵਾਨ ਹੋਏਗਾ। ਫਿਰ ਉਸ ਵੇਲੇ ਉਹਨਾਂ ਦੋਵਾਂ ਨੂੰ ਨਾਲ ਲੈ ਕੇ ਕੁਝ ਆਦਮੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ, ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ। जोगी को बिरतांत वह रहियो, महा अचंबा सब और लहियो। ग्रंथाकार भाई संतोख सिंह जी लिखते ने कि थोड़ी ही देर पहला दी गल सी कि जोगी वाला बिरतांत वापरिया सी। ਉਹ जोगी उस मठ दे विचों दबिया होया मिट्टी दे विचों निकलना, ये बहुत ही अचंभे वाली गल सी, हैरानी वाली गल सी। दुतिया अचंबा ये लै गई, हाथ जोर पद बंदत भाई। हुण कवि जी कहंदे ने पहला ही बड़ी अजीब किस्म दी गल उत्थे वापरी सी, ते दूसरा अचंभा ये औरत उत्थे लैके चली गई है। दूसरी समस्या, हथ जोड़ के जाके उसने नमस्कार की। तिसके पत्ने मस्तक टेका, बैठे सर तट जलद बबेका। ग्रंथाकार भाई संतोख सिंह जी लिखते ने एक पासे औरत ने मत्था टेकिया है, फिर दूसरे पासे सतगुरु अर्जन देव सच्चे पातशाह जी दे चरणां दे उत्ते उस दे पति ने भी नमस्कार कीते है। उस वेले सतगुरु अर्जन देव सच्चे पातशाह जी ਜਿਹੜੇ ਕਿ ਗਿਆਨ ਦੇ ਸਮੁੰਦਰ ਨੇ, ਉਹ ਮਾਨੋ ਕਿ ਸੰਤੋਖ ਸਰ ਸਰੋਵਰ ਦੇ ਕਿਨਾਰੇ ਦੇ ਉੱਤੇ ਬੈਠੇ ਸਨ। ਨਿਕਟ ਪੀਰ ਵੈ ਨਰ ਸਮਦਾਏ, ਕਰ ਕਾਰ ਕੋ ਥਿਰ ਢਿਗ ਥਾਏ। ਸਤਿਗੁਰਾਂ ਦੇ ਕੋਲ ਹੋਰ ਬਹੁਤ ਸਾਰੀਆਂ ਸੰਗਤਾਂ ਦੀ ਭੀੜ ਸੀ, ਜਿਹੜੀ ਸੰਗਤ ਮਾਨੋ ਕਿ ਉਸ ਸਰੋਵਰ ਦੀ ਸੇਵਾ ਦੇ ਵਿੱਚ ਲੱਗੀ ਹੋਈ ਸੀ। खारे पाए दोनों कर जोर, श्री अर्जन पिख कर अन और। ਜਿਹੜੇ ਇਹਨਾਂ ਦੋਵਾਂ ਨੂੰ ਨਾਲ ਲੈ ਕੇ ਲੋਕ ਗਏ ਸਨ, ਉਹਨਾਂ ਨੇ ਤੇ ਮੱਥਾ ਟੇਕਿਆ ਤੇ ਪਾਸੇ ਹੋ ਕੇ ਬਹਿ ਗਏ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਦੋਵਾਂ ਨੇ ਨਮਸਕਾਰ ਕੀਤੀ ਹੈ ਤੇ ਹੱਥ ਜੋੜ ਕੇ ਕਾਫੀ ਦੇਰ ਤੱਕ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਖੜੇ ਰਹੇ। बूझो कारज कौन तुम्हारा, किम थिर रहे करो बिस थारा। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਕਾਫੀ ਦੇਰ ਤੋਂ ਅੱਗੇ ਹੱਥ ਜੋੜ ਕੇ ਖੜੇ ਨੇ, ਜ਼ਰੂਰ ਕੋਈ ਮਨ ਦੇ ਵਿੱਚ ਇੱਛਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਾਰਜ ਕੌਣ ਤੁਹਾਰਾ। ਕਹਿੰਦੇ ਨੇ ਦੱਸੋ ਤੁਹਾਡਾ ਕਿਹੜਾ ਕੰਮ ਅੜ ਗਿਆ ਹੈ। ਕਿਮ ਥਿਰ ਰਹੇ ਕਰੋ ਵਿਸਥਾਰਾ, ਕਿਉਂ ਤੁਸੀਂ ਇਸ ਤਰੀਕੇ ਦੇ ਨਾਲ ਅੱਗੇ ਮੇਰੇ ਖਲੋਤੇ ਹੋ, ਵਿਸਥਾਰ ਦੇ ਨਾਲ ਬਿਆਨ ਕਰੋ। ਕਹਿਤ ਪਾਈ ਕਰ ਜੋਰ ਕੈ, ਸ੍ਰੀ ਗੁਰ ਅਰਜਨ ਨਾਥ। ਸੁਜਸ ਆਪ ਕੋ ਬਿਦਤ ਹੈ, ਕਰਾਮਾਤ ਅਤ ਸਾਥ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ फिर उस औरत ने अपनी बेनती करनी शुरू की है। हाथ जोड़ के कहती है, हे सतगुरु अर्जन देव सच्चे पातशाह जी, हे स्वामी जी, सुजासे आपको बिदत है, करामात अत साथ। हे सतगुरु सच्चे पातशाह जी, तुहाडा जिहड़ा जस है जगह जगह दे उत्ते पसरिया होया है करामातां दे नाल। श्री नानक सुनियत जग पाए, सिद्ध पीर यादक जय कहे। कहंदी है कि सतगुरु नानक देव सच्चे पातशाह जी दे बारे सुनिया होया कि दुनिया दे उत्ते सतगुरु नानक देव सच्चे पातशाह जी आए और उन्होंने वड्डे वड्डे सिद्धां नूं पीरां नूं अपने अधीन कीता, उन्हां दे उत्ते जित दी प्राप्ति कीती। महापुरख गंभीर उदारा, जिनको जस गावत जग सारा।
ਕਹਿੰਦੀ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੱਡੇ ਮਹਾਂਪੁਰਖ ਸਨ। ਉਹ ਬਹੁਤ ਹੀ ਵੱਡੇ ਗੰਭੀਰ ਸਨ। ਉਹ ਬੜੇ ਉਦਾਰ ਸਨ, ਜਿਨ੍ਹਾਂ ਦਾ ਜਸ ਗਾਉਂਦੀ ਹੈ ਸਾਰੀ ਦੁਨੀਆ। दासन को दे ज्ञान बढ़ाई, सो अब लग जग में दिपताई। कहती है कि सतगुरु नानक देव सच्चे पातशाह जी ने अपने दासां नूं ज्ञान दी इस तरह दी वडियाई बख्शी कि जिहड़ी अज तक भी प्रकाशमान। दोरे बृंद दंभी जह कहां, तेज प्रकाश दसों दिश महा। सतगुरु नानक देव सच्चे पातशाह जी दे तेज प्रकाश दे नाल कहती है कि सारे दे सारे पखंडी खत्म हो गए ते दूसरे पासे सतगुरां दे तेज दा जिहड़ा प्रकाश सी ना वो दसे ही दिशा दे विच फैल गया। तिन स्थान रावर अब आहो, हृदय बिखे सब ज्ञाता लहो। ते कहती है कि सतगुरु नानक देव सच्चे पातशाह जी ਜਿਹੜੇ ਕਿ ਮਹਾਨ ਗੁਰੂ ਸਾਬਤ ਹੋ ਚੁੱਕੇ ਨੇ, ਉਹਨਾਂ ਦੀ ਜਗ੍ਹਾ ਦੇ ਉੱਤੇ ਇਸ ਵੇਲੇ ਸਤਿਗੁਰੂ ਜੀ ਤੁਸੀਂ ਬਿਰਾਜਮਾਨ ਹੋ। ਹਿਰਦੈ ਵਿਖੇ ਸਭ ਗਿਆਤਾ ਲਹੋ, ਇਸ ਕਰਕੇ ਉਹਨਾਂ ਦੀ ਤਰ੍ਹਾਂ ਤੁਸੀਂ ਵੀ ਅੰਤਰਜਾਮੀ ਹੋ ਔਰ ਤੁਹਾਨੂੰ ਹਰ ਇੱਕ ਜਗ੍ਹਾ ਦਾ ਗਿਆਨ। ਸੰਸੈ ਕਰ ਦਮ ਧਸ ਮਨ ਮੋਰਾ, ਧਰਮ ਛਿਦਨ ਤੇ ਡਰ ਔਰ ਕੋਰਾ। ਕਹਿੰਦੀ ਹੈ ਕਿ ਸੰਸੇ ਰੂਪੀ ਚਿੱਕੜ ਦੇ ਵਿੱਚ ਮੇਰਾ ਮਨ ਧਸਦਾ ਜਾ ਰਿਹਾ ਹੈ। ਧਰਮ ਛਿਦਣ ਤੇ ਡਰ ਔਰ ਘੋਰਾ, ਮੇਰਾ ਧਰਮ ਕਿਤੇ ਖਤਮ ਨਾ ਹੋ ਜਾਵੇ, ਇਸ ਗੱਲ ਤੋਂ ਮੇਰਾ ਮਨ ਬਹੁਤ ਹੀ ਜ਼ਿਆਦਾ ਡਰ ਰਿਹਾ। ਬਾਕ ਤੁਮਾਰੋ ਹੋਏ ਸਾਈ, ਇਸੀ ਹੇਤ ਮੈਂ ਚੱਲ ਕਰ ਆਈ। ਕਹਿੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਤੁਹਾਡੇ ਬਚਨਾਂ ਤੇ ਯਕੀਨ ਹੈ ਕਿ ਤੁਹਾਡੇ ਬਚਨ ਜ਼ਰੂਰ ਮੇਰੀ ਸਹਾਇਤਾ ਕਰਨਗੇ। ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਚੱਲ ਕੇ ਪਹੁੰਚੇ। पांच सोता हम पित के हुती, एक समान ही तन में दुती। हुण शुरू तो लैके अपनी विथया नूं बयान करना शुरू किया है। कहंदी है कि सच्चे पातशाह असीं 5 भैणां हां, अपने पिता दे घर दे विच असीं 5 लड़कियां हां। एक समान ही तन में दुती, असीं मानो कि इक्को वर्गियां पंजे दियां पंजे। पेतरिस कर कुशटी पत दीना, धर्म आपनो मैं दिड़ कीना। कहंदी है कि जदों अपने पिता दे सामने मैं अपने धर्म नूं दृढ़ता दे नाल धारण कीता ते मेरे पिता ने मेरे तो गुस्से हो के मेरा जिहड़ा विआह सी ना वो एक कुश्ती दे नाल कोड़ी दे नाल कर दिता। तिस को खारी मैं तर लीना, निकसी वहर फिरन शुभ चीना। कहंदी है कि फिर अपने पति नूं खारी दे विच बिठा के मैं अपने सिर दे उत्ते धारण कीता ते जगह जगह दे उत्ते फिर मैं इस नूं लैके जानी है। जाचत फिरी सो भरता लैके, भोजन आन जाचना कह के। सच्चे पातशाह हुण मेरा नित दा इस तरह दा विहार है कि जगह जगह दे उत्ते मैं अपने पति दी खारी नूं चुक के जानी हां ते जगह जगह तो भोजन मंग के खांदी हां। पत को दे पिछारी खावो, निस बासुर मैं सेव कमावो। कहंदी है कि पहला मैं अपने पति नूं देनी हां, छकाउनी हां, उस दे खाण तो पिछों ही खानी हां। इसे तरीके दे नाल मैं अपने पति दी सेवा करदी। माम पत को पिख करें गिलान, ऐठ नाक सो दूर बखान। कहंदी है कि मेरे पति नूं देख के लोग गिलानता पैदा करदे ने, नक अकड़ाउंदे ने, चाड़दे ने। इस करके मैं अपने पति नूं किते पिंड दे विच लिजांदी नहीं हां, उस दी खारी नूं बाहर ही टिका देनी है। तुमरे चकते है दिशपुरा, तह बदरी तर है एक खरा। कहंदी है कि सच्चे पातशाह तुहाडी इस चक नगरी तो पूर्व दी दिशा दे वल
ਇੱਕ ਬੇਰੀ ਦਾ ਰੁੱਖ ਖੜਾ ਹੈ। ਕੁਛ ਕੰਨੇ ਮਰ ਥਲ ਨੀਰ ਖਰਿਓ ਹੈ, ਸਿਰ ਤੇ ਤਹਾਂ ਉਤਾਰ ਧਰਿਓ ਹੈ। ਕਹਿੰਦੀ ਹੈ ਕਿ ਉਸ ਬੇਰੀ ਦੇ ਲਾਗੇ ਥੋੜਾ ਜਿਹਾ ਪਾਣੀ ਨਿਵਾਣ ਦੇ ਵਿੱਚ ਖਲੋਤਾ ਹੈ। ਉਸ ਬੇਰੀ ਦੇ ਥੱਲੇ ਮੈਂ ਆਪਣੇ ਪਤੀ ਨੂੰ ਖਾਰੀ ਦੇ ਸਮੇਤ ਉਤਾਰ ਕੇ ਰੱਖਿਆ। ਪਤੀ ਸਮੇਤ ਖਾਰੀ ਲੈ ਟਿਕਾਈ, ਜਾਚਣ ਆਣ ਗ੍ਰਾਮ ਮੈਂ ਧਾਈ। ਕਹਿੰਦੀ ਹੈ ਕਿ ਆਪਣੀ ਪਤੀ ਦੇ ਸਮੇਤ ਮੈਂ ਉਸ ਦੀ ਖਾਰੀ ਨੂੰ ਉੱਥੇ ਟਿਕਾ ਦਿੱਤਾ ਉਸ ਬੇਰੀ ਦੀ ਛਾਵੇਂ, ਤੇ ਆਪ ਮੰਗਣ ਦੇ ਵਾਸਤੇ ਪਿੰਡ ਦੇ ਵਿੱਚ ਚਲੇ ਗਏ। ਉੱਤਰ ਦਿਸ਼ਾ ਬਸਤ ਹੈ ਤੁੰਗ, ਤਹਾਂ ਜਾਏ ਮੈਂ ਅੰਨ ਸੋ ਮੰਗ। ਕਹਿੰਦੀ ਹੈ ਕਿ ਉੱਤਰ ਦੀ ਦਿਸ਼ਾ ਦੇ ਵੱਲ ਤੁੰਗ ਨਾਂ ਦਾ ਪਿੰਡ ਵਸਦਾ ਹੈ। ਮੈਂ ਉਸ ਤੁੰਗ ਪਿੰਡ ਦੇ ਵਿੱਚ ਮੰਗਣ ਦੇ ਵਾਸਤੇ ਅੰਨ ਚਲੇ ਗਏ। ਬੇਤੇ ਜਾਮ ਜੋਗ ਚੱਲ ਕਰ ਆਈ, ਪਤੀ ਪਿੰਗਲ ਨਹੀਂ ਪਿਖਿਓ ਤੇ ਥਾਈ। ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਦੀ ਹੈ। 2 ਪਹਿਰਾਂ ਤੋਂ ਬਾਅਦ ਮੈਂ ਉੱਥੇ ਪਹੁੰਚੀ ਤੇ ਕਹਿੰਦੀ ਹੈ ਕਿ ਕੀ ਆਣ ਕੇ ਦੇਖਿਆ ਕਿ ਮੇਰਾ ਪਤੀ ਉੱਥੇ ਮੌਜੂਦ ਨਹੀਂ ਹੈ ਜਿੱਥੇ ਕਿ ਉਸ ਨੂੰ ਟਿਕਾ ਕੇ ਮੈਂ ਗਈ ਸਾਂ। ਬਿਨਾ ਕੁਸ਼ਟ ਕਰ ਪਗ ਜੁਤ ਸਾਰਿਓ, ਆਏ ਤਹਾਂ ਇਹ ਪੁਰਖ ਨਿਹਾਰਿਓ। ਤੇ ਕਹਿੰਦੀ ਹੈ ਕਿ ਬਗੈਰ ਕਿਸੇ ਕੋੜ ਤੋਂ, ਬਗੈਰ ਕਿਸੇ ਰੋਗ ਤੋਂ ਸਾਰੇ ਦਾ ਸਾਰਾ ਸਵਾਰਿਆ ਹੋਇਆ ਇਹ ਜਿਹੜਾ ਮਨੁੱਖ ਹੈ ਨਾ, ਇਹ ਮੇਰੇ ਪਤੀ ਦੀ ਜਗ੍ਹਾ ਦੇ ਉੱਤੇ ਬੈਠਾ ਹੋਇਆ ਸੀ। ਮੁਝ ਮਨ ਮੇ ਨਹੀਂ ਨਿਸਚੇ ਹੋਵਾ, ਕਿਸ ਪ੍ਰਕਾਰ ਭਾ ਨਵਾਂ ਨਰੋਵਾ। ਤੇ ਕਹਿੰਦੀ ਹੈ ਮੈਂ ਇਸ ਨੂੰ ਸਵਾਲ ਕੀਤਾ ਕਿ ਮੇਰਾ ਪਤੀ ਕਿੱਥੇ ਹੈ, ਤੇ ਸੱਚੇ ਪਾਤਸ਼ਾਹ ਇਹਨੇ ਜਿਹੜਾ ਮੈਨੂੰ ਜਵਾਬ ਦਿੱਤਾ ਹੈ ਉਹ ਬੜਾ ਅਜੀਬ ਕਿਸਮ ਦਾ ਹੈ। ਇਸ ਨੇ ਆਖਿਆ ਕਿ ਮੈਂ ਹੀ ਤੇਰਾ ਪਤੀ ਹਾਂ, ਔਰ ਇਹ ਜਿਹੜਾ ਲਾਗੇ ਪਾਣੀ ਹੈ ਮੈਂ ਇਸ ਪਾਣੀ ਦੇ ਨਾਲ ਠੀਕ ਹੋਇਆ ਹਾਂ ਸੱਚੇ ਪਾਤਸ਼ਾਹ, ਪਰ ਮੈਨੂੰ ਇਹਦੀ ਗੱਲ ਦੇ ਉੱਤੇ ਰਤਾ ਵੀ ਯਕੀਨ ਨਹੀਂ ਹੈ ਕਿਸ ਤਰੀਕੇ ਦੇ ਨਾਲ ਕੋਈ ਪਾਣੀ ਦੇ ਵਿੱਚ ਨਹਾਉਣ ਦੇ ਨਾਲ ਕੋੜ ਦੇ ਰੋਗ ਤੋਂ ਦੂਰ ਹੋ ਸਕਦਾ। ਸਕਲ ਬਾਤ ਸੁਣ ਕੇ ਤੀਆ ਕੇਰੀ, ਮਾਨਵ ਸਾਥ ਪਨਿਓ ਤਿਸ ਬੇਰੀ। ਜਦੋਂ ਉਸ ਔਰਤ ਨੇ ਆਪਣੀ ਸਾਰੀ ਵਿਥਿਆ ਨੂੰ ਬਿਆਨ ਕੀਤਾ, ਉਸ ਵੇਲੇ ਸਾਰੀ ਗੱਲ ਸੁਣਨ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਉਸ ਮਾਨਵ ਨੂੰ ਜਿਹੜਾ ਕਿ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਇਹਦਾ ਪਤੀ ਹਾਂ, ਉਹਨੂੰ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਪਿੰਗਲ ਦੇਹ ਵਿਖੇ ਬੜ ਰੋਗ, ਤੂੰ ਕਿਉਂ ਕੈਸੇ ਭਇਓ ਅਰੋਗ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋੜ ਦਾ ਰੋਗ ਬਹੁਤ ਵੱਡਾ ਰੋਗ ਹੈ, ਤੂੰ ਕਿਸ ਤਰੀਕੇ ਦੇ ਨਾਲ ਅਰੋਗ ਹੋ ਗਿਆ। ਇਹ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਕੋੜ ਦਾ ਰੋਗ ਸੀ ਉਸ ਨੂੰ ਬਹੁਤ ਵੱਡਾ ਦੁੱਖ ਮੰਨਿਆ ਜਾਂਦਾ ਸੀ। ਇੱਥੋਂ ਤੱਕ ਕਿ ਪੁਰਾਣੇ ਗ੍ਰੰਥਾਂ ਦੇ ਵਿੱਚ ਵੱਡਾ ਦੁੱਖ ਲਿਖਿਆ ਹੋਇਆ ਹੈ ਇਸ ਕੋੜ ਦੀ ਬਿਮਾਰੀ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਦੱਸ ਕਿ ਤੂੰ ਕਿਵੇਂ ਠੀਕ ਹੋਇਆ। ਸਕਲ ਜਥਾਰਤ ਬਾਤ ਸੁਨਾਵੋ, ਨਾਹਿ ਤਾਂ ਬੜ ਸਜਾਏ ਕੋ ਪਾਵੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਨੂੰ ਕਹਿੰਦੇ ਨੇ ਕਿ ਸੱਚੋ ਸੱਚ ਗੱਲ ਬਿਆਨ ਕਰੀ, ਰਤਾ ਵੀ ਝੂਠ ਨਾ ਬੋਲੇ। ਜੇਕਰ ਝੂਠ ਬੋਲੇਗਾ ਤੇ ਵੱਡੀ ਸਜ਼ਾ ਦਾ ਹੱਕਦਾਰ ਹੋਵੇਗਾ। ਕਪਟ ਜੇ ਕਰਿਓ ਭਾਰ ਜਾਹੇਤ, ਬਸੈ ਨਹੀਂ ਇਹ ਤੋਹੇ ਨਕੇਤ। ਗੁਰੂ ਜੀ ਨੇ ਬਚਨ ਕੀਤਾ ਕਿ ਜੇ ਰਤਾ ਵੀ ਕਪਟ ਕੀਤਾ, ਰਤਾ ਵੀ ਛਲ ਕੀਤਾ ਇਸ ਔਰਤ ਦੀ ਪ੍ਰਾਪਤੀ ਦੇ ਵਾਸਤੇ, ਤੇ ਕਦੇ ਵੀ ਇਹ ਔਰਤ ਤੇਰੇ ਘਰ ਦੇ ਵਿੱਚ ਨਹੀਂ ਵਸੇਗੀ। ਸੁਣ ਗੁਰ ਤੇ ਮਾਨਵ ਕਹਿਓ, ਸਰਬ ਬਿਰਤਾਂਤ ਸੁਣੋ ਜਿਮ ਲਹਿਓ। ਹੱਥ ਜੋੜ ਕੇ ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਹੁਕਮ ਕੀਤਾ ਹੈ ਇਸੇ ਤਰ੍ਹਾਂ ਹੋਵੇਗਾ। ਮੈਂ ਸੱਚੇ ਪਾਤਸ਼ਾਹ ਜੋ ਕੁਝ ਵਾਪਰਿਆ ਹੈ ਸੱਚੋ ਸੱਚ ਬਿਆਨ ਕਰਾਂਗਾ, ਮੈਂ ਰਤਾ ਵੀ ਝੂਠ ਨਹੀਂ ਬੋਲਾਂਗਾ। ਬਦਰੀ ਸੋ ਧਰ ਕਰ ਮਮ ਖਾਰੀ, ਜਾਵੇ ਇਹ ਮੰਗਣ ਹੇਤ ਸਿਧਾਰੀ। ਕਹਿਣ ਲੱਗਾ ਸੱਚੇ ਪਾਤਸ਼ਾਹ ਉਸ ਬੇਰੀ ਦੇ ਥੱਲੇ
ਜਦੋਂ ਮੇਰੀ ਖਾਰੀ ਨੂੰ ਰੱਖ ਕੇ ਇਹ ਸੱਚੇ ਪਾਤਸ਼ਾਹ ਮੰਗਣ ਦੇ ਵਾਸਤੇ ਗਈ, ਉਸ ਵੇਲੇ ਜੋ ਕੁਝ ਉਸ ਤੋਂ ਬਾਅਦ ਵਾਪਰਿਆ ਮੈਂ ਤੁਹਾਡੇ ਸਾਹਮਣੇ ਅਰਜ਼ ਕਰਦਾ। ਤਾਬੇ ਇੱਕ ਬਾਇਸ ਚੱਲ ਟਿਗ ਆਵਾ, ਕਰੇ ਪਾਣ ਅਰ ਪੰਖ ਪਿਗਾਵਾ। ਸੱਚੇ ਪਾਤਸ਼ਾਹ ਮੈਂ ਇਸ ਦੀ ਉਡੀਕ ਦੇ ਵਿੱਚ ਬੈਠਾ ਹੋਇਆ ਸਾਂ। ਮੇਰੇ ਦੇਖਦਿਆਂ ਦੇਖਦਿਆਂ ਕੀ ਹੋਇਆ ਕਿ ਇੱਕ ਕਾਣ ਉੱਥੇ ਆਇਆ ਔਰ ਉਸ ਕਾਂ ਨੇ ਆਣ ਕੇ ਉਸ ਟਿਕੇ ਹੋਏ ਪਾਣੀ ਦੇ ਵਿੱਚੋਂ ਪਹਿਲਾਂ ਪਾਣੀ ਪੀਤਾ ਤੇ ਫਿਰ ਉਹਨੇ ਆਪਣੀਆਂ ਖੰਭਾਂ ਨੂੰ ਵੀ ਉਹਦੇ ਵਿੱਚ ਭਿਉਂ ਦਿੱਤਾ। ਪਾਇਓ ਸੋਪੇਦ ਰੰਗ ਤਿਸ ਕੇਰਾ, ਧਰੀ ਮਰਾਲ ਪ੍ਰਭਾ ਤਿਸ ਬੇਰਾ। ਸੱਚੇ ਪਾਤਸ਼ਾਹ ਮੈਂ ਉਸ ਰੀਤੀ ਨੂੰ ਦੇਖਦਾ ਰਿਹਾ ਕਿ ਮੇਰੇ ਦੇਖਦਿਆਂ ਦੇਖਦਿਆਂ ਜਦੋਂ ਹੀ ਉਸਨੇ ਆਪਣੇ ਸਰੀਰ ਨੂੰ ਉਸ ਪਾਣੀ ਦੇ ਵਿੱਚ ਡੋਬਿਆ ਤੇ ਉਹ ਚਿੱਟੇ ਰੰਗ ਦਾ ਬਣ ਗਿਆ। ਕਹਿੰਦਾ ਧਰੀ ਮਰਾਲ ਪ੍ਰਭਾ ਤਿਸ ਬੇਰਾ, ਮਾਨੋ ਕਿ ਉਸ ਵੇਲੇ ਉਸ ਕਾਂ ਦੀ ਹੰਸ ਵਰਗੀ ਸੋਭਾ ਹੋ ਗਈ, ਇਸ ਤਰ੍ਹਾਂ ਦਾ ਸੁਹੱਪਣ ਬਣ ਗਿਆ। श्याम बरन सगरो मिट गयो, जन सबून संग उजल पायो। कहता है कि मेरे देखदियां देखदियां इंज होया कि काला रंग सारे दा सारा उस ਕਾਂ ਦਾ खत्म हो गया ते वो चिट्टे रंग ਦਾ बन गया। इस तरह लगदा सी कि जिवें किसी बहुत ज्यादा मैले कपड़े नूं साबण दे नाल धो के उज्जल कर दिता जांदा है, साफ कर दिता जांदा है, इस तरह वो चिट्टे रंग दा बन गया। तब हूं मैं जान्यो निज आत्मा, इस जल को है महा महात्म। ते कहंदा ਕਾਂ फिर इस तरीके दे नाल चिट्टे रंग दा हो के मेरी अखां दे सामने देखदियां देखदियां उड़ गया। कहंदा कि उस वेले फिर मैं अपने मन दे विच विचार कीती, इस जल को है महा महात्म। मैं सोचा कि इस जल दे विच, इस पानी दे विच वड्डी बरकत है, ये महात्म वाला पानी। हाल चाल मैं तज कर खारी, जाए स्पर्शो सुंदर बारी। ते कहंदा मन दे विच इस तरह दी विचार करके फिर मैं हिलिया जुलिया ते अपनी खारी दे विचों बाहर डिग्गा ते आखिरकार रिड़ रिड़ के फिर मैं उस सुंदर पानी दे कोल पहुंच गया। जब पूरब में हाथ पिगोए, तात काल अंगुरी जुत होए। कहंदा कि सारियां तो पहला मैं अपने हत्थां नूं उस पानी दे विच डबोया ते जदों हत्थां नूं बाहर कढिया ते मेरे दोवें दे दोवें हत्थ ते सारियां मेरियां हत्थां दीयां उंगलियां बिल्कुल अरोग सन, चंगे तरीके दे नाल सवर गईयां सन। सारो भरियो बीच में जाई, अस काया अपनी दृष्टाई। कहंदा कि पहला हत्थां नूं डबोया, हत्थां नूं बाहर कढिया ते मेरे हत्थ बिल्कुल अरोग हो चुके सन। मेरे मन दे विच बड़ी खुशी हुई और उसे वेले फिर अपने सारे शरीर नूं मैं उस पानी दे विच लै गया। सारो परियो बीच में जाई, अस काया अपनों दृष्टाई। ते जदों ही कहंदे ने कि पानी दा मेरे शरीर दे नाल स्पर्श होया, मेरा शरीर इस तरीके दे नाल सोहना हो गया ते फिर मैं उस पानी तो बाहर आया। निज तिया को कह रहे हो बथेरा, मान्यो बाक नहीं को मेरा। सतगुरु अर्जन देव सच्चे पातशाह जी दे चरनां दे विच उसने अर्ज कीती है कि सच्चे पातशाह मैं अपनी औरत नूं, पत्नी नूं बहुत तरीके दे नाल ये गल्लां कह के समझाउण दा यतन कीता, पर सच्चे पातशाह की करां, ये मेरियां गल्लां दे उत्ते यकीन करन दे वास्ते राजी ने। कहण लगी सिर गोरे इस काल, सब ज्ञाता तिन हृदय विशाल। कहंदा सच्चे पातशाह ये कहंदी है कि सतगुरु अर्जन देव सच्चे पातशाह जी इस वेले अंतरजामी विशाल गुरु हैं। अंतरजामी सब ही जाने, बाक बखाने सो हम माने। सच्चे पातशाह तुसी अंतरजामी हो, असी इस गल नूं दोवें दे दोवें मनदे हां। इस करके सच्चे पातशाह हुण तुसी जो फैसला दवोगे असी उस नूं मन्नांगे।
मोह पार जा झगरत आई, या को दीजै साच जनाई। हथ जोड़ के कहंदा सच्चे पातशाह तुसीं ते अंतरजामी हो, हर एक गल नूं जाणदे हो। सच्चे पातशाह किरपा करके तुसीं मेरी औरत नूं दस दिओ कि मैं ही इस दा पति हां। बहु नर मिले सकल ने कहियो, रावर को सरबग सब लहियो। ਜਦੋਂ ਇਸ ਤਰ੍ਹਾਂ ਦੀ ਵਿਥਿਆ ਦੋਵਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੀ, ਇਸ ਤੋਂ ਇਲਾਵਾ ਜਿੰਨੀ ਵੀ ਸੰਗਤ ਬੈਠੀ ਹੋਈ ਸੀ ਉਸ ਨੇ ਵੀ ਸੁਣੀ, ਤੇ ਸਾਰੀ ਸੰਗਤ ਨੇ ਉਸ ਵੇਲੇ ਹੱਥ ਜੋੜ ਕੇ ਅਰਜ਼ ਕੀਤੀ ਹੈ, ਸੱਚੇ ਪਾਤਸ਼ਾਹ ਰਾਵਰ ਕੋ ਸਰਬੱਗ ਸਭ ਲਹਿਓ। ਇਹ ਸੱਚੇ ਪਾਤਸ਼ਾਹ ਤੁਸੀਂ ਤੇ ਅੰਤਰਜਾਮੀ ਹੋ, ਤੁਸੀਂ ਤੇ ਸਰਬੱਗ ਹੋ, ਤੁਸੀਂ ਤੇ ਸਮਰੱਥ ਦੇ ਦਾਤੇ ਹੋ। ਕਿਰਪਾ ਕਰਕੇ ਜੋ ਇਹ ਕਹਿੰਦੇ ਨੇ ਉਹ ਸੱਚੋ ਸੱਚ ਦੱਸ ਦਿਓ। सतगुर सभा बिसम पी ऐसे, सुनत मौन तारियो सब बैसे। ग्रंथाकार भाई संतोख सिंह जी लिखते ने कि होर जिन्नी भी लागे दुनिया खड़ी सी, सारी दी सारी बहुत ज्यादा इस विथिया नूं सुन के हैरान होई है, ते सारे चुप नूं धारण करके बैठे ने, ते सतगुरु सच्चे पातशाह जी दे चेहरे दे वल देख रहे ने कि हुण सतगुरु सच्चे पातशाह जी की कहणगे। श्री अर्जन जी बाक बखाना, बैठो शब्द सुनो निज काना। सतगुरु अर्जन देव सच्चे पातशाह जी ने बचन किया कि तुसीं सारे दे सारे बैठ जाओ। पहला कहंदे ने कि गुरबाणी दा कीर्तन श्रवण करो, उस तो बाद मैं अपना फैसला देवांगा। हम कह हैं को घटी पिछारी, साच झूठ कर दे हैं निरारी। सतगुरु अर्जन देव सच्चे पातशाह जी ने आख्या कि घड़ी को तो बाद असी अपना फैसला देवांगे, साच झूठ कर दे हैं निरारी। मानो कि सच नूं ते झूठ नूं वखो वखरा करके बयान कर देंगे। इम कहनन मूंद किया ध्याना, मन ठहरायो गुरु सुजाना। ग्रंथाकार भाई संतोख सिंह जी लिखते ने कि इस तरह का बचन करन तो बाद सतगुरु अर्जन देव सच्चे पातशाह जी ने अपने नेत्रां नूं बंद किया ते ध्यान दे विच स्थित होए ने, मन नूं ठहराया सतगुरु सुजान जी ने। इस जगह दे उत्ते कवि जी अपना अध्याय समाप्त करके नवे अध्याय दा प्रारंभ करते हैं। श्री अर्जन सरबग गुर, नेत्र मूंद किया ध्यान, तिस छिन श्री गुर अमर जी दई दिखाई आन। ग्रंथाकार भाई संतोख सिंह जी लिखते ने कि सतगुरु अर्जन देव सच्चे पातशाह जी ਜਿਹੜੇ ਸਰਬੱਗ ਨੇ ਉਹਨਾਂ ਨੇ ਆਪਣੇ ਦੋਵਾਂ ਨੇਤਰਾਂ ਨੂੰ ਬੰਦ ਕੀਤਾ, ਧਿਆਨ ਦੇ ਵਿੱਚ ਸਥਿਰਤਾ ਨੂੰ ਧਾਰਨ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਧਿਆਨ ਥਿਰੇ ਔਰ ਮੈਂ ਗੁਰ ਆਏ, ਸਕਲ ਬਾਤ ਕੋ ਭੇਵ ਜਨਾਏ। ਜਦੋਂ ਧਿਆਨ ਦੇ ਵਿੱਚ ਟਿਕਾ ਕੇ ਬਿਰਤੀ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੈਠੇ ਸਨ ਤੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੂੰ ਦਰਸ਼ਨ ਹੋਇਆ ਤੇ ਫਿਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਭੇਦ ਨੂੰ ਜ਼ਾਹਰ ਕੀਤਾ। ਇਹ ਨਰ ਸਾਚੀ ਭਾਖਤ ਬਾਤ, ਜਬ ਸੋ ਨਾਤ ਤਹ ਤਵ ਸੰਕਰਾਂਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਧਿਆਨ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਏ ਨੇ ਤੇ ਉਹਨਾਂ ਨੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਇਹ ਨਰ ਸਾਚੀ ਭਾਖਤ ਬਾਤ, ਕਿ ਇਹ ਜਿਹੜਾ ਮਨੁੱਖ ਹੈ ਨਾ, ਇਹ ਜੋ ਕੁਝ ਕਹਿ ਰਿਹਾ ਹੈ ਸੱਚੋ ਸੱਚ ਕਹਿ ਰਿਹਾ ਹੈ, ਇਸ ਦੇ ਵਿੱਚ ਰਤਾ ਵੀ ਕੋਈ ਝੂਠ ਵਾਲੀ ਗੱਲ ਨਹੀਂ ਹੈ। ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜਦੋਂ ਇਹ ਉਸ ਪਾਣੀ ਦੇ ਵਿੱਚ ਨਾਤਾ ਸੀ ਉਸ ਵੇਲੇ ਕਹਿੰਦੇ ਨੇ ਕਿ ਵਿਸਾਖੀ ਦੀ ਸੰਗਰਾਂਦ ਸੀ। हमने पिता तुम्हारो प्रेरा, जाए तड़ाग लगाए बडेरा।
सतगुरु अमरदास सच्चे पातशाह जी ने आख्या कि असी तेरे पिता नू प्रेरिया सी। कहण तो भाव है कि तेरे पिता सतगुरु रामदास सच्चे पातशाह जी नू असी हुक्म दिता सी कि तू जाके एक सरोवर नू लगा। तब एक ताल तहां खुनवायो, जह यह कुश्ती नीर निहायो। ते सतगुरु अमरदास सच्चे पातशाह जी कहते ने कि फिर साडे हुक्म दे अनुसार तेरे पिता रामदास ने उस सरोवर नू जाके पुट्टिया सी जिस पानी दे विच ये कुश्ती जाके नहाया। तुमको उचित है इस काल, करो लगावन ताल विसाल। पर सतगुरु अमरदास सच्चे पातशाह जी कहते ने कि तैनू हुण ये गल योग बनती है कि उसे जगह दे उत्ते तू एक विशाल तलाब सरोवर बना। बहुत काल पा लग खुनवायो, चौं दिश ते जल ढर तहें आयो। सतगुरु अमरदास सच्चे पातशाह जी ने आख्या कि बहुत समा हो गया है। उस वेले तेरे पिता रामदास ने उन्होंने थोड़ा ही सरोवर नू पुट्टिया सी। इस तो बाद समा पा के पानी उस दे विच इकट्ठा हो गया। मृतका परी गयो पर सोए, चिन्ह पछाण मात्र तह होए। पर सतगुरु अमरदास सच्चे पातशाह जी कहते ने कि समा पा के उस दे विच मिट्टी पै गई ते मिट्टी दे नाल वो पूरिया गया। इस करके हुण थोड़े जे पछाण दे वास्ते चिन्ह ही मौजूद रहन। हेत महात्म के बिदतावन, नहीं कीनस सब बिखै जनावन। इस तीर्थ दे महात्म नू ਜ਼ਾਹਰ ਕਰਨ ਦੇ ਵਾਸਤੇ ਪ੍ਰਗਟ ਕਰਨ ਦੇ ਵਾਸਤੇ ਕਹਿੰਦੇ ਨੇ ਕਿ ਪਹਿਲਾਂ ਇਸ ਗੱਲ ਦਾ ਗਿਆਤ ਨਹੀਂ ਹੋ ਸਕਿਆ। ਆਬ ਮਹਿਮਾ ਕੇ ਸਹਿਤ ਬਿਸਾਲਾ, ਬਿਦਤਾਵੋ ਸਿਰ ਜੋ ਸ਼ੁਭ ਤਾਲਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਹੈ ਕਿ ਹੁਣ ਇਹ ਸਰੋਵਰ ਦੀ ਜਿਹੜੀ ਮਹਿਮਾ ਹੈ ਨਾ ਉਹ ਪ੍ਰਗਟ ਹੋ ਚੁੱਕੀ ਹੈ। ਇਸ ਕਰਕੇ ਹੁਣ ਤੁਸੀਂ ਉਸ ਤਲਾਬ ਦੀ ਜਿਹੜਾ ਕਿ ਪਹਿਲਾਂ ਤੁਹਾਡੇ ਪਿਤਾ ਨੇ ਪੁੱਟਿਆ ਸੀ ਉਸ ਦੀ ਸਿਰਜਣਾ ਕਰੋ, ਉਸ ਨੂੰ ਮੁਕੰਮਲ ਕਰੋ। ਕਿਉਂਕਿ ਪਹਿਲਾਂ ਵੀ ਇਹ ਗੱਲ ਬਾਰ-ਬਾਰ ਕਵੀ ਜੀ ਨੇ ਬਿਆਨ ਕੀਤੀ ਹੈ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਰੋਵਰ ਨੂੰ ਪੁੱਟਣਾ ਸ਼ੁਰੂ ਕੀਤਾ ਸੀ, ਪਰ ਮੁਕੰਮਲ ਨਹੀਂ ਸੀ ਕੀਤਾ, ਉਹ ਵਿੱਚੇ ਹੀ ਰਹਿ ਗਿਆ ਸੀ। ਇਸੇ ਤਰ੍ਹਾਂ ਇਹ ਸਰੋਵਰ ਦੀ ਗੱਲ ਹੈ ਤੇ ਜਿਹੜਾ ਸੰਤੋਖ ਸਰ ਹੈ ਉਹਦੀ ਵੀ ਇਸੇ ਤਰ੍ਹਾਂ ਗੱਲ ਹੈ ਕਿ ਉਹ ਵੀ ਪੂਰਨ ਨਹੀਂ ਸੀ ਹੋ ਸਕਿਆ। ਹੁਣ ਇਸ ਵੇਲੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਧਿਆਨ ਦੇ ਵਿੱਚ ਦਿਖਾਈ ਦੇ ਕੇ ਹੁਕਮ ਕੀਤਾ। ਸ੍ਰੀ ਅੰਮ੍ਰਿਤਸਰ ਧਾਰੀਐ ਨਾਮੂ, ਚੌਂ ਦਿਸ਼ ਮੈਂ ਸੁਪਾਣ ਅਬੀਰਾਮੂ। ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਕਿ ਉਸ ਬਣੇ ਹੋਏ ਸਰੋਵਰ ਦਾ ਨਾਂ ਅੰਮ੍ਰਿਤਸਰ ਰੱਖਣਾ ਹੈ ਔਰ ਉਸ ਦੇ 4 ਚਫੇਰੇ ਸੁੰਦਰ ਪੌੜੀਆਂ ਬਣਾਉਣੀਆਂ ਹਨ। ਰਾਮਦਾਸਪੁਰ ਰਾਮਦਾਸ ਸਰ, ਏ ਪੀ ਨਾਮ ਕਰ ਨਰ ਨਾਰੀ ਸਭ। ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ ਰਾਮਦਾਸਪੁਰ ਰਾਮਦਾਸ ਸਰ, ਕਿ ਰਾਮਦਾਸਪੁਰੀ ਦਾ ਨਾਂ ਆਖਿਆ ਜਾਵੇ ਔਰ ਇਸ ਤੋਂ ਇਲਾਵਾ ਉਹ ਸਰੋਵਰ ਦਾ ਨਾਮ ਹੀ ਰਾਮਦਾਸ ਸਰ ਹੋਣਾ ਚਾਹੀਦਾ। ਇਸਤਰੀਆਂ ਤੇ ਪੁਰਸ਼ ਇਸੇ ਤਰੀਕੇ ਦੇ ਨਾਲ ਕਹਿਣ। ਇਸੇ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਤਰੀਕੇ ਦੇ ਨਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਜਨਨੀ ਪਿਤ ਗੁਰ ਕੋਇ ਔਰ ਹੇਰਾ, ਨਮੋ ਕਰਤ ਪੇ ਹਰਖ ਬਡੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਜਨਨੀ ਦੇ ਪਿਤਾ ਦਾ ਦਰਸ਼ਨ ਕੀਤਾ, ਕਿਉਂਕਿ ਬੀਬੀ ਭਾਨੀ ਜੀ ਦੇ ਪਿਤਾ ਸਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੇ ਬੀਬੀ ਭਾਨੀ ਜੀ ਦੇ ਸੁਪੁੱਤਰ ਸਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਇਸ ਕਰਕੇ ਮੰਨੋ ਕਿ ਆਪਣੀ ਮਾਤਾ ਦੇ ਪਿਤਾ ਦਾ ਦਰਸ਼ਨ ਕੀਤਾ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤੇ ਹੱਥ ਜੋੜ ਕੇ ਫਿਰ ਉਹਨਾਂ ਨੇ ਕਹਿੰਦੇ ਨੇ ਕਿ ਨਮਸਕਾਰ ਕੀਤੇ, ਮੱਥਾ ਟੇਕਿਆ। ਸ੍ਰੀ ਅਰਜਨ ਗੁਰ ਅੰਤਰ ਜਾਮੀ, ਮਿਸ ਕਰ ਬਿਦ ਤਾਵਤ ਥਲ ਸੁਆਮੀ। ਕਵੀ ਜੀ ਇਹ ਵੀ ਲਿਖਦੇ ਨੇ
ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਹਨ, ਪਰ ਕਹਿੰਦੇ ਨੇ ਕਿ ਇੱਕ ਬਹਾਨਾ ਬਣਾ ਕੇ ਉਹ ਇਸ ਥਲ ਨੂੰ ਜ਼ਾਹਰ ਕਰਨਾ ਚਾਹੁੰਦੇ ਨੇ। ਇਹ ਸਾਰਾ ਕੁਝ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਕੀਤਾ, ਕਿਉਂਕਿ ਸਤਿਗੁਰਾਂ ਦੀ ਜੋਤ ਇੱਕੋ ਹੁੰਦੀ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਕੀਤਾ, ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੀ ਜਾਣਦੇ ਸਨ। ਇਸ ਗੱਲ ਨੂੰ ਕਵੀ ਜੀ ਨੇ ਪਹਿਲਾਂ ਵੀ ਬਿਆਨ ਕੀਤਾ ਹੈ ਕਿ ਸਰੋਵਰ ਦੀ ਮਹਿਮਾ ਨੂੰ ਪ੍ਰਗਟ ਕਰਨ ਤੋਂ ਬਾਅਦ ਫਿਰ ਉਹ ਸਰੋਵਰ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਣਾਉਣਾ ਚਾਹੁੰਦੇ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦਾ ਇੱਕ ਕੌਤਕ ਵਰਤਾ ਦਿੱਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਨਾ। हे अच्युत हे पार ब्रह्म अविनाशी अगनास, हे पूर्ण हे सर्ब में दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे है पी होवनहार, हे संतः कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिय परोय, याही कुल ते प्रगट हो ताही कुल को नाम, पुन द्वादश गोरिंद को मेरी है प्रणाम।